ਸੁਧੀਰ ਸੂਰੀ ਦੇ ਕਤਲ ਨੂੰ ਹਾਲੇ ਹਫਤਾ ਵੀ ਨਹੀਂ ਹੋਇਆ। ਪ੍ਰਦੀਪ ਸਿੰਘ ਉਹਦਾ ਸਵੇਰੇ ਕਤਲ ਕਰ ਦਿੱਤਾ ਜਾਂਦਾ ਹੈ ਕਿ ਆਖਰਕਾਰ ਪੰਜਾਬ ਦੇ ਵਿੱਚ ਕੀ ਪੁਲਿਸ ਦਾ ਖੌਫ ਖਤਮ ਹੋ ਗਿਆ? ਕੋਈ ਧਰਮ ਕਿਸੇ ਕਾਸਟ ਕਮਿਊਨਿਟੀ ਕਿਸੇ ਦਾ ਵੀ ਹੋਵੇ, ਕ੍ਰਾਈਮ ਨੂੰ ਕ੍ਰਾਈਮ ਦੀ ਤਰ੍ਹਾਂ ਲਿਆ ਜਾਏਗਾ। ਹਾਲੇ 16 ਸਿਕਿਉਰਿਟੀ ਗਾਰਡ ਉਹਨਾਂ ਨੂੰ ਮਿਲੇ ਹੋਏ ਸੀ, ਇਹਦੇ ਬਾਵਜੂਦ ਇੱਕ ਬੰਦਾ ਆ ਕੇ ਉਹਨਾਂ ਦਾ ਮਰਡਰ ਕਰ ਗਿਆ। जो पुलिस की जो सिक्योरिटी थी वो कर दी की पई। जो भी पंजाब में कोई वारदात हो वो एक तुरंत जिम्मेदारी कनाडा में चाहे वो पन्नू हो चाहे दूसरे लोग हों वो ले लेते हैं। एक फैशन की तरह बन चुका है क्योंकि उनको पता है कि वो हिंदुस्तान के कानून की जद से बाहर हैं। एक बहुत ਵੱਡਾ ਸਿਸਟਮ ਹੈ ਜਿਹੜਾ ਕਿ ਸਰਕਾਰ ਦੇ ਅਗੇਂਸਟ ਖੜਾ, ਯਾਨੀ ਕਿ ਮਾਨ ਸਾਹਿਬ ਦੇ ਹੁਕਮਾਂ ਦੀ ਤਾਮੀਲ ਨਹੀਂ ਹੋ ਰਹੀ। ਤੁਸੀਂ ਮੰਨਦੇ ਹੋ ਇਸ ਗੱਲ ਦੇ? जी सिस्टम शायद बड़ा कैजुअल मोड में है क्योंकि शायद वो इनको सीएम मान ही नहीं रहा। नमस्कार, सत श्री अकाल, मैं हां सुरिंदर सिंह ते तुसी वेख रहे हो नजरिया बियॉन्ड द वे। सुधीर सूरी दे कतल नूं हाले हफ्ता भी नहीं होया ते अज सवेरे फिर डेरा प्रेमी ਜਿਹੜਾ ਕਿ ਬਰਗਾੜੀ ਬੇਅਦਬੀ ਮਾਮਲੇ ਵਿੱਚ ਨਾਮਜ਼ਦ ਸੀ ਪ੍ਰਦੀਪ ਸਿੰਘ, ਉਹਦਾ ਸਵੇਰੇ ਕਤਲ ਕਰ ਦਿੱਤਾ ਜਾਂਦਾ ਹੈ। 6 ਹਮਲਾਵਰ ਆਉਂਦੇ ਨੇ ਤੇ ਗੋਲੀਆਂ ਨਾਲ ਸਵੇਰੇ ਉਹਨੂੰ ਭੁੰਨ ਦਿੰਦੇ ਨੇ। ਤੇ ਹਾਲਾਂਕਿ ਸੁਧੀਰ ਸੂਰੀ ਵਾਲੇ ਕੇਸ ਦੇ ਵਿੱਚ ਵੀ ਸੁਰੱਖਿਆ ਕਰਮੀ ਨਾਲ ਸੀ, ਉਹਨਾਂ ਨੂੰ ਵੀ ਸੁਰੱਖਿਆ ਮਿਲੀ ਹੋਈ ਸੀ। ਇੱਥੇ ਪ੍ਰਦੀਪ ਸਿੰਘ ਦੇ ਨਾਲ ਵੀ 3 ਸੁਰੱਖਿਆ ਕਰਮੀ ਸੀਗੇ। ਪਰ ਹੁਣ ਇਸ ਤੇ ਚਰਚਾ ਵੀ ਆਪਾਂ ਕਰਾਂਗੇ कि आखिरकार पंजाब दे विच की पुलिस का खौफ खत्म हो गया। तो पहला तुहानूं सुना देने कि इस मामले ते की क्या डीजीपी होमगार्ड ने, आओ सुना दिए। पहला मानयोग हुणे मानयोग मुख्यमंत्री साहब जी ने मीटिंग बुलाई सी पुलिस दे सीनियर अफसर्स दी, जिंदे विच ਇਹ ਜਿਹੜੀ ਵਾਰਦਾਤ ਹੋਈ ਹੈ ਕੋਟਕਪੂਰਾ ਦੇ ਵਿੱਚ, ਇਸ ਨੂੰ ਵਿਸਤਾਰ ਪੂਰਵਕ ਡਿਸਕਸ ਕੀਤਾ ਗਿਆ। ਉਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਉੱਥੇ ਅੱਜ ਮਾਰਨਿੰਗ ਸਵੇਰੇ ਕਰੀਬ 7:30 ਦੇ ਕਰੀਬ ਇਹ ਪ੍ਰਦੀਪ ਜਿਹੜਾ ਹੈਗਾ ਉਹਨੂੰ ਮਾਰਿਆ ਗਿਆ। ਉਹ ਕੀ ਹਾਲਾਤ ਸੀ ਉਹਨਾਂ ਨੂੰ ਸਾਰੇ ਦੱਸੇ ਗਏ ਔਰ ਮਾਨਯੋਗ ਮੁੱਖ ਮੰਤਰੀ ਜੀ ਨੇ ਬੜਾ ਕਲੀਅਰਲੀ ਕਿਹਾ ਹੈ ਕਿ स्टेट विच पीस हर हालत विच मेनटेन की जाएगी। कोई धर्म किसी कास्ट कम्यूनिटी किसी का भी होवे, क्राइम नू क्राइम की तरह लिया जाएगा। ये नहीं देखा जाएगा ये क्राइम क्यों होया किदां होया। क्राइम इज़ ए क्राइम और किसी भी हालत विच स्टेट दे विच अमन शांति बरकरार रखी जाएगी। वख-वख जिहड़ियां कम्यूनिटीज़ ने स्टेट दे विच धर्म है, इन्हां दे विचकार शांति नू मेनटेन रखा जाएगा। और इस संबंध दे विच उन्हां ने सानू हदायतां दित्तियां नंबर 1, और अगले हफ्ते होर डिटेल दे विच इस इशू नू डिस्कस करन बारे कहा है ताकि उदों तक असीं होर की अपने वल्लों सुझाव लैके जा सकते हैं ताकि इस चीज़ नू होर इंप्रूव किया जाए। बिल्कुल इस मसले ते साडे नाल गलबात करन लई भाजपा आगू संजय कपूर जी मौजूद रहणगे ते नाल ही पुलिस वाले पक्षों की कुछ ये वापरिया ते उन्हां दी किन्ना क फेलियर लिया, उस दे बारे साडे नाल गलबात करनगे वेद भूषण जी, रिटायर्ड ACP दिल्ली तो। नमस्कार जी। संजय जी, पहला तुहाडे वाले पासे आइए, किवें देखदे हो हाले क्योंकि हफ्ता भी नहीं होया सुधीर सूरी तो बाद ते प्रदीप दा कतल हो जाना? देखो जी, ये जो मर्डर प्रदीप सिंह होना दा होया ना बहुत अनफॉर्चुनेट है। और मैं कहना चाहना वा कि पिछले 7-8 महीने तो जो आप देखने पे है ना कि पंजाब के हालात डे बाय डे बदतर होई जाते पे है। ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਤੁਸੀਂ ਉਥੋਂ ਦੀ ਲੈ ਕੇ ਅੱਜ ਤੱਕ ਦੇ ਇਨਸੀਡੈਂਟ ਦੇਖ ਲਓ। ਸਭ ਤੋਂ ਪਹਿਲੇ ਪਟਿਆਲਾ ਕਲੈਸ਼ ਹੋਇਆ ਔਰ ਜੇ ਗਵਰਨਮੈਂਟ ਥੋੜੀ ਜਿਹੀ ਸਮਝਦਾਰੀ ਨਾਲ ਉਸ ਟਾਈਮ ਕੰਮ ਲੈਂਦੀ ਨਾ ਤੇ ਪਟਿਆਲੇ ਦਾ ਕਲੈਸ਼ ਬੜੀ ਆਸਾਨੀ ਨਾਲ ਅਵੋਇਡ ਕੀਤਾ ਜਾ ਸਕਦਾ ਸੀ ਔਰ ਤੋਂ ਬਚਿਆ ਜਾ ਸਕਦਾ ਸੀ। ਇੱਕ ਦਿਨ ਇੱਕ ਗਰੁੱਪ ਨੂੰ ਪਰਮਿਸ਼ਨ ਦੇ ਦਿੰਦੇ, ਦੂਜੇ ਦਿਨ ਦੂਜੇ ਗਰੁੱਪ ਨੂੰ ਪਰਮਿਸ਼ਨ ਦੇ ਦਿੰਦੇ, ਆਮਨੇ ਸਾਹਮਣੇ ਉਹਨਾਂ ਦਾ ਕਲੈਸ਼ ਹੀ ਨਹੀਂ ਸੀ ਹੋ ਸਕਦਾਗਾ। ਫਿਰ ਇੰਟਰਨੈਸ਼ਨਲ ਕਬੱਡੀ ਪਲੇਅਰ ਸੀ, ਐਡਾ ਬਡਿੰਗ ਪਲੇਅਰ ਸੀ ਸੰਦੀਪ ਸਿੰਘ, ਜਿਹਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ।
ਉਹਦੇ ਬਾਅਦ ਸਿੱਧੂ ਮੂਸੇਵਾਲੇ ਦਾ ਮਰਡਰ ਸਾਰੇ ਪੰਜਾਬ ਨੇ ਦੇਖਿਆ ਹੈ। ਔਰ ਇੱਕ ਐਸਾ ਬਰਡਿੰਗ ਸਿੰਗਰ ਜਿਹਨੇ ਬੜੇ ਥੋੜੇ ਟਾਈਮ ਤੇ ਪੰਜਾਬ ਦੇ ਵਿੱਚ ਔਰ ਸਾਰੇ ਦੇਸ਼ ਦੇ ਵਿੱਚ ਬੜਾ ਨਾਮ ਕਮਾਇਆ, ਉਹ ਐਸਾ ਅਪਕਮਿੰਗ ਲੀਡਰ, ਐਸਾ ਅੱਛੇ ਸਿੰਗਰ ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਉਹਦੇ ਵਿੱਚ ਵੀ ਸਰਕਾਰ ਦੀ ਨਲਾਇਕੀਆਂ ਬੜੀ ਸਾਹਮਣੇ ਨਜ਼ਰ ਆਉਂਦੀਆਂ। ਜੇ ਉਹਦੀ ਜਿਹੜੀ ਸਿਕਿਉਰਿਟੀ ਵਿਡਰਾਅਲ ਲੱਗੀ ਸੀ ਉਹਨੂੰ ਐਡਵਰਟਾਈਜ਼ ਨਾ ਕਰਦੇ ਤਾਂ ਸ਼ਾਇਦ ਉਹ ਲੋਕ ਜਿਹੜੇ ਉਹਦੇ ਪਿੱਛੇ ਲੱਗੇ ਹੋਏ ਸੀ ਉਹਦੇ ਮਰਡਰ ਵਾਸਤੇ, ਉਹਨਾਂ ਤੱਕ ਐਗਜ਼ੈਕਟ ਇਨਫੋਰਮੇਸ਼ਨ ਨਾ ਆ ਪਾਉਂਦੀ। ਔਰ ਬੇਸਿਕਲੀ ਆਪਣੀ ਵਾਹਵਾਹੀ ਲੁੱਟਣ ਦੇ ਚੱਕਰ ਦੇ ਵਿੱਚ ਸਰਕਾਰ ਨੇ ਇੱਕ ਐਡੇ ਯੰਗ ਲੀਡਰ ਨੂੰ, ਇੱਕ ਯੰਗ ਸਿੰਗਰ ਨੂੰ ਮਰਵਾ ਦਿੱਤਾ। ਫਿਰ ਹੁਣ ਤੁਸੀਂ ਥੋੜੇ ਪਿਛਲੇ ਹਫਤੇ ਦੇਖਿਆ ਕਿ ਸੁਧੀਰ ਸੂਰੀ ਦਾ, ਉਹਨਾਂ ਦਾ ਸ਼ਿਵ ਸੈਨਾ ਦੇ ਐਡੇ ਵੱਡੇ ਲੀਡਰ ਸੀ, ਉਹਨਾਂ ਦਾ ਕਤਲ ਹੋ ਗਿਆ। ਹਾਲੇ 16 ਸਿਕਿਉਰਿਟੀ ਗਾਰਡ ਉਹਨਾਂ ਨੂੰ ਮਿਲੇ ਹੋਏ ਸੀ, ਇਹਦੇ ਬਾਵਜੂਦ ਇੱਕ ਬੰਦਾ ਆ ਕੇ ਉਹਨਾਂ ਦਾ ਮਰਡਰ ਕਰ ਗਿਆ ਤੇ ਉਹ ਪੁਲਿਸ ਦੀ ਜਿਹੜੀ ਸਿਕਿਉਰਿਟੀ ਸੀ ਉਹ ਕਰਦੀ ਕੀ ਪਈ ਸੀ। ਸੋ ਮੈਂ ਇੱਕ ਗੱਲ ਔਰ ਦੱਸਣਾ ਚਾਹੁੰਦਾ ਕਿ ਅੰਮ੍ਰਿਤਸਰ ਦੇ ਮੈਰਿਜ ਪੈਲੇਸ ਦੇ ਵਿੱਚ ਇੱਥੇ ਥੋੜੇ ਦਿਨ 3-4 ਦਿਨ ਪਹਿਲੇ ਉੱਥੇ 40-50 ਗੁੰਡਿਆਂ ਨੇ, ਸ਼ਰਾਬ ਮਾਫੀਆ ਦੇ ਗੁੰਡਿਆਂ ਨੇ ਉੱਥੇ ਅਟੈਕ ਕੀਤਾ ਔਰ ਉੱਥੇ ਜਾ ਕੇ ਇੱਕ ਦਹਿਸ਼ਤਗਰਦੀ ਦਾ ਮਾਹੌਲ ਬਣਾਇਆ। ਔਰ ਮਜ਼ੇ ਦੀ ਗੱਲ ਦੇਖੋ ਕਿ ਉਹਨਾਂ ਦੇ ਅਗੇਂਸਟ ਐਕਸ਼ਨ ਲੈਣ ਦੇ ਬਜਾਏ ਪੁਲਿਸ ਨੇ ਜਿਹੜੇ ਲੋਕੀ ਉੱਥੇ ਸ਼ਾਦੀ ਕਰਨ ਆਏ ਸੀ ਉਹਨਾਂ ਦੀ FIR ਕਰ ਦਿੱਤੀ। ਜਿਹੜੇ ਲੋਕ NRI ਇੰਨੇ ਸਾਲਾਂ ਬਾਅਦ ਪੰਜਾਬ ਦੇ ਵਿੱਚ ਆਏ ਸੀ, ਬੜੇ ਚਾਵਾਂ ਦੇ ਨਾਲ ਆਏ ਸੀ ਕਿ ਆਪਣੇ ਬੱਚਿਆਂ ਦਾ ਵਿਆਹ ਕਰਨਗੇ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਕਲਚਰ ਬਾਰੇ ਦੱਸਣਗੇ, ਆਪਣੀ ਜੜ੍ਹਾਂ ਨਾਲ ਜੁੜਨ ਦੀ ਉਹਨਾਂ ਨੂੰ ਦੁਬਾਰਾ ਕੋਸ਼ਿਸ਼ ਕਰਨਗੇ। ਇਹਨਾਂ ਨੇ ਤੇ ਉਹਨਾਂ ਨੂੰ ਇੱਕ ਮੈਸੇਜ ਦੇ ਦਿੱਤਾ ਕਿ ਪੰਜਾਬ ਦੇ ਵਿੱਚ ਤੇ ਬੜਾ ਇੱਕ ਦਹਿਸ਼ਤਗਰਦੀ ਦਾ ਮਾਹੌਲ ਹੈ ਔਰ ਪੰਜਾਬ 'ਚ ਨਾ ਆਣਾ। ਅੱਜ ਉਹ ਪੰਜਾਬ ਤੋਂ ਕੀ ਮੈਸੇਜ ਲੈ ਕੇ ਵਾਪਸ ਆਪਣੇ ਦੇਸ਼ ਜਾਣਗੇ? ਉੱਥੇ ਜਾ ਕੇ ਇਹੋ ਕਹਿਣਗੇ ਨਾ ਕਿ ਗਲਤੀ ਦੇ ਨਾਲ ਵੀ ਪੰਜਾਬ 'ਚ ਨਾ ਜਾਣਾ, ਇੱਥੇ ਹਾਲਾਤ ਬੜੇ ਖਰਾਬ ਹੋ ਗਏ ਜੇ। ਔਰ ਜਿਹੜੇ ਲੋਕ ਕੱਲ ਫਿਊਚਰ ਦੇ ਵਿੱਚ ਇਨਵੈਸਟਮੈਂਟ ਵੀ ਪੰਜਾਬ 'ਚ ਕਰਨਾ ਚਾਹੁੰਦੇ ਹੈ, ਉਹ ਇਨਵੈਸਟਮੈਂਟ ਨੂੰ ਇੱਕ ਬੜਾ ਵੱਡਾ ਧੱਕਾ ਲੱਗਣਾ ਹੈ ਇਸ ਇਨਸੀਡੈਂਟ ਦੇ ਨਾਲ। ਕੌਣ ਪੰਜਾਬ ਦੇ ਵਿੱਚ ਆ ਕੇ ਬੱਚਿਆਂ ਦੀ ਫਿਊਚਰ ਸ਼ਾਦੀ ਕਰੇਗਾ? ਕੌਣ ਪੰਜਾਬ ਦੇ ਵਿੱਚ ਪੈਸਾ ਲਗਾਏਗਾ? ਕੌਣ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇਗਾ? ਔਰ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਹੈ। ਸਾਡੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਪੰਜਾਬ 'ਚ ਘੱਟ ਤੇ ਦਿੱਲੀ, ਹਿਮਾਚਲ ਪ੍ਰਦੇਸ਼ ਤੇ ਗੁਜਰਾਤ 'ਚ ਜ਼ਿਆਦਾ ਘੁੰਮਦੇ ਰਹਿੰਦੇ ਹੈਗੇ ਹੈ। ਉਹਨਾਂ ਨੂੰ ਚਿੰਤਾ ਹੀ ਨਹੀਂ ਹੈਗੀ ਕਿ ਉਹਨਾਂ ਨੂੰ ਮੈਨੂੰ ਲੱਗਦਾ ਕਿ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਉਹ ਪੰਜਾਬ ਦੇ ਚੀਫ ਮਿਨਿਸਟਰ ਹੈਗੇ ਹੈ ਕਿ ਕਿਤੇ ਔਰ ਦੇ ਹੈਗੀ ਹੈ। ਸੋ ਮੈਂ ਸਮਝਦਾ ਕਿ ਸਰਕਾਰ ਦਾ ਟੋਟਲ ਫੇਲਿਅਰ ਹੈਗਾ ਵੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਔਰ ਬਿਲਕੁਲ ਨਿਖਿਤ ਤਰੀਕੇ ਨਾਲ ਸਰਕਾਰ ਚਲਾ ਰਹੇ ਹੈ। ਹੋਮ ਮਿਨਿਸਟਰੀ ਚੀਫ ਮਿਨਿਸਟਰ ਸਾਹਿਬ ਕੋਲ ਲੱਗੀ ਹੈ ਪਰ ਕੋਈ ਵੀ ਧਿਆਨ ਚੀਫ ਮਿਨਿਸਟਰ ਸਾਹਿਬ ਦਾ ਪੰਜਾਬ ਦੇ ਇਸ਼ੂਜ਼ ਨੂੰ ਲੈ ਕੇ ਹੈ ਹੀ ਨਹੀਂ ਹੈ। ਤੋ ਇਹ ਮੈਂ ਸਮਝਦਾ ਕਿ ਪੰਜਾਬ ਲਈ ਬੜੇ ਮਾੜੇ ਦਿਨਾਂ ਵਾਲੀ ਗੱਲ ਹੈਗੀ ਹੈ। ਜੇ ਇਹਨੂੰ ਚੰਗੇ ਤਰੀਕੇ ਕੰਟਰੋਲ ਨਹੀਂ ਕੀਤਾ ਜਾਏਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਮੱਸਿਆਵਾਂ ਡੇ ਬਾਏ ਡੇ ਵਧੀ ਜਾਣਗੀਆਂ। ਇਹ ਬੜਾ ਜ਼ਰੂਰੀ ਹੈ ਕਿ ਸਰਕਾਰ ਨੂੰ ਬਹੁਤ ਸੀਰੀਅਸਲੀ ਇਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਪੰਜਾਬ ਨੇ ਨਾ ਇੱਕ ਬੜਾ ਲੰਬਾ ਅਰਸਾ ਕਾਲਾ ਟਾਈਮ ਦੇਖਿਆ ਬਿਲਕੁਲ ਸੰਜੇ ਜੀ, ਔਰ ਪਿਛਲੇ 20-25 ਸਾਲ ਤੋਂ ਬੜੀ ਸ਼ਾਂਤੀ ਹੈ ਪੰਜਾਬ ਦੇ ਵਿੱਚ, ਪਰ ਬੜੀ ਨਿਕੰਮੀ ਸਰਕਾਰ ਆਈ ਹੈ ਔਰ ਇਹ ਸਰਕਾਰ ਦਾ ਲਾਅ ਐਂਡ ਆਰਡਰ ਤੇ ਟੋਟਲ ਫੇਲਿਅਰ ਹੈਗਾ। ਬਿਲਕੁਲ ਸੰਜੇ ਜੀ, ਚਲੋ ਹੁਣ ਇਹ ਵੀ ਹੋ ਸਕਦਾ ਹੈ ਦਰਸ਼ਕ ਤੇ ਅਸੀਂ ਸਾਰੇ ਤੁਹਾਡਾ ਇਹ ਬਿਆਨ ਸਿਆਸੀ ਵੀ ਸਮਝ ਸਕਦੇ ਹਾਂ ਤੇ ਉਧਰ ਹੁਣ ਆਪਾਂ, ਕਿਉਂਕਿ ਵੇਦ ਭੂਸ਼ਣ ਜੀ ਜਿਹੜੇ ਕਿ ਰਿਟਾਇਰਡ ACP ਉਹ ਨਾਲੇ ਦਿੱਲੀ ਦੇ ਨੇ, ਉਹ ਇਸੇ ਲਈ ਬਿਠਾਇਆ ਕਿ ਇਸੇ ਲਈ ਕਿਉਂਕਿ ਉਹਨਾਂ ਦੇ ਵਿਚਾਰ ਘੱਟ ਤੋਂ ਘੱਟ ਆਪਾਂ ਇਹ ਸਮਝ ਸਕੀਏ ਕਿ ਇਹ ਸਾਰਾ ਕੁਝ ਹੋ ਕਿਵੇਂ ਰਿਹਾ। ਭੂਸ਼ਣ ਜੀ ਕਿਵੇਂ ਦੇਖਦੇ ਹੋ ਇਹ ਸਭ ਕੁਝ? ਕੀ ਹੁਣ खौफ खत्म हो गया पुलिस का? क्यों देखिए, सरकार की जिम्मेदारी है हर एक नागरिक को प्रोटेक्शन देना, कानून के हिसाब से प्रोटेक्शन देना। प्रदीप के खिलाफ जो भी कागजी कार्रवाई थी, कोर्ट की कार्रवाई थी, वो मुकदमा अदालत में चल रहा था, विचाराधीन था। उन पर बेअदबी का जो मुकदमा लगाया गया था उसके बारे में उन्होंने दरखास्त भी थी कि मेरे जान को खतरा है। उससे पहले भी आपको याद होगा 2016 में और 2020 में सेम इसी तरह मर्डर कर दिए गए थे। तो सरकार की जिम्मेदारी थी, सरकार को ध्यान रखना चाहिए था कि जो भी बेअदबी से मामले जुड़े हुए हैं उन तमाम विटनेस को, क्योंकि एक कानून बना हुआ है विटनेस प्रोटेक्शन एक्ट, और ये मेन स्टार उसके अंदर एक्यूज थे प्रदीप, तो इनकी सुरक्षा करना भी सरकार की और पुलिस की जिम्मेदारी थी, जिसमें पूरी तरह से विफल हो गए। क्योंकि तमाम जो 7 साल से मुकदमा चल रहा था उनके खिलाफ, अब जो कनाडा के अंदर जो भी लोग बैठे हुए, चाहे लॉरेंस बिश्नोई के साथी बैठे, दोस्त बैठे, आका बैठे हुए, उन एक फैशन बन गया है। जो भी पंजाब में कोई वारदात हो वो एक तुरंत जिम्मेदारी कनाडा में, चाहे वो पन्नू हो चाहे दूसरे लोग हों, वो ले लेते हैं। एक फैशन की तरह बन चुका है, क्योंकि उनको पता है कि वो हिंदुस्तान के कानून की जद से बाहर हैं, और चूंकि एक्सट्रेडिशन ट्रीटी हमारी कनाडा के साथ नहीं है तो वो इंडिया उनको आना नहीं है।
वहां बैठकर वो तमाम तरह की हिंदुस्तान के विरोध की बातें करते हैं। अभी आपने देखा ब्रैम्पटन के अंदर किस तरह से क्लैश कराए गए, वो हुए नहीं थे, कराए गए थे, क्योंकि हिंदू और सिख कम्युनिटी में कभी भी कोई डिफरेंस नहीं है। परंतु जिस तरह से एक क्रिएट किया जा रहा है सारा, चाहे पंजाब के अंदर आप डेमोन्स्ट्रेशन देखें, जुलूस देखें, सरकारों की जिम्मेदारी है कि ऐसे जुलूसों को रोक लगाएं, परंतु उसके खिलाफ एक्शन ना तो आज तक एक्शन लिया गया। यही वजह है कि इस तरह से जो अभी चाहे मूसे वाले का मर्डर था, चाहे आज ये मर्डर हुआ है, इससे पहले जो लगातार पंजाब में लॉ एंड ऑर्डर की स्थिति खराब हो रही है, इसलिए हो रही है क्योंकि जो कानून जिसके दम पर ये हिंदुस्तान चलता है, तमाम स्टेट की जो मशीनरी ऑपरेट करती है, वो प्रॉपर फंक्शन नहीं कर पा रही। अदरवाइज इस तरह की चीजें नहीं हो सकती। इनको वक्त रहते अवॉइड किया जा सकता था, बचाया जा सकता था इसकी जिंदगी को। भूषण जी, एक चीज आप जरूर बताएं, क्योंकि देखिए अभी जो पिछला कत्ल सूरी का कत्ल होता है, हिंदू नेता, सिक्योरिटी उनके साथ होती है, AK-47 साफ देखी जाती है, उनके साथ जो सुरक्षा बल थे उनके पास अच्छे हथियार भी होते हैं, उनका कत्ल होता है और उसको हफ्ता भी नहीं हुआ। और क्या उस कत्ल के बाद अक्सर हम देखते हैं कि पुलिस को तो वैसे अलर्ट पे कर दिया जाता है कि हां इस तरीके की वारदात हो सकती है, और उधर से आज भी इसका मतलब हम जो आज कत्ल हुआ, इसका मतलब प्रॉपर हम कह सकते हैं ना पुलिस की, प्रशासन की नेग्लिजेंसी है। क्योंकि अगर या तो टाइम फ्रेम ज्यादा हो जाता फिर भी हम समझ सकते थे कि एक टाइम फ्रेम ज्यादा हो गया कि तुमने अलर्ट जारी किया था कि धीरे धीरे तुम फिर कैजुअल मोड में आ गए। यहां पे लगातार कत्ल होना और इस तरीके से, और आज जो कत्ल हुआ है भूषण जी, उसमें ना तो उन्होंने मास्क डाला हुआ, 6 हमलावर आते हैं और ताबड़तोड़ गोलियों के साथ वहां पे प्रदीप सिंह का कत्ल होता है और एक साबका काउंसलर है वो वहां पे सीरियसली इंजर्ड हो जाते हैं, जो इस टाइम उपचाराधीन है, और एक गनमैन को भी वहां पे गोली लगती है। तो क्या गैंगस्टर, अब जिसने जो भी युवा ये तस्वीरें देख रहा होगा तो उसके दिमाग में वो इनके साथ क्यों नहीं जुड़ेगा? आप ये समझिए, वो क्यों नहीं जुड़ेगा, वो क्यों नहीं प्रभाव उसके दिमाग में पड़ेगा? इसीलिए पड़ेगा ना क्योंकि पुलिस की मौजूदगी, सिक्योरिटी की मौजूदगी, और फिर भी ये हमलावर आते हैं, ताबड़तोड़ अपना काम करते हैं, गोलियां मारते हैं और फिर आसानी से भागने में भी सफल हो जाते हैं। तो इसको कैसे देखते हैं आप? देखिए, जब तक एक सरकार की तरफ से स्ट्रांग मैसेज नहीं जाएगा क्रिमिनल्स के अंदर, चाहे वो खालिस्तान को सपोर्ट करने वाले हों, चाहे हिंदू नेताओं के खिलाफ जो एक चलाया जा रहा है पंजाब में और दूसरे कंट्रीज में चलाया जा रहा है, जो पंजाब में हिंदू लीडर्स हैं उनके खिलाफ एक अभियान चलाया जा रहा है, जो एक मैसेज स्ट्रांग देने की जरूरत थी, जो कि नहीं दिया गया। सूरी के कत्ल के बाद भी अभी आपने बताया तमाम जो उनके पास सिस्टम मौजूद है, इंटेलिजेंस है, तमाम इतना बड़ा पंजाब पुलिस का एक इतना बड़ा फोर्स का एक टुकड़ा है जिस पर सैकड़ों करोड़ रुपए पंजाब के लोग खर्च करते हैं, उनकी वर्दी आपके टैक्सेस से उनकी वर्दी बनती है। ये सरकार की जिम्मेदारी थी, ये पुलिस की जिम्मेदारी थी, जिसमें वो फेलियर रही है क्योंकि वो वहां पर ऐसा लग रहा है कि शायद वो कंट्रोल में नहीं कर पा रहे हैं। प्रशासनिक जो पुलिस का अमला है शायद या तो उनकी बात सुनता नहीं है या उनके अंदर इतनी क्षमता नहीं है कि वो उसको कंट्रोल कर सकें, उसके काबिल हो। क्योंकि जो मान साहब बैठे हुए हैं वहां पर, सीएम साहब बैठे हुए हैं, उनका जो प्रशासनिक अनुभव है शायद वो सीएम के लिए नहीं है। आपने देखा, मैं किसी राजनीतिक पार्टी से जुड़ा हुआ आदमी नहीं हूँ, अभी कैप्टन अमरिंदर सिंह का जो कद था उनको बीजेपी वाले भी, कांग्रेस वाले भी, सभी लोग लाइक करते हैं। कोई ना कोई तो वजह रही होगी। कैप्टन अमरिंदर सिंह का जो कद था वो आज भी उतना ही ऊंचा है जितना कि पहले जब सीएम को रहते हुए, क्योंकि उनका तजुर्बा, उनका अनुभव, पुलिस के ऊपर उनकी जो पकड़ थी, प्रशासन के ऊपर जो पकड़ थी, कहीं ना कहीं बताती है कि मान साहब के जो कद है अभी वहां तक नहीं पहुंच पाया। इसका फायदा इस तरह के क्रिमिनल्स उठा रहे हैं, इस तरह के शॉर्ट टाइम के जो फायदा पहुंचाने वाले, लेने वाले लोग हैं, वो इस चीज का फायदा उठा रहे हैं। ये बड़े दुख की बात है। इतना महत्वपूर्ण हमारा स्टेट है पंजाब, जिसकी पूरी दुनिया के अंदर गूंज है, और वहां पर यदि इस तरह का एक चीज होगी तो एक बहुत बड़ा इंटरनेशनल मैसेज जाएगा कि पंजाब में लॉ एंड ऑर्डर खराब हो गया, वहां जाना खतरे से खाली नहीं है, वहां ठीक नहीं है, सारे हालात पंजाब में बिगड़ते जा रहे हैं, बद से बदतर होते जा रहे हैं। कनाडा तक मैसेज जा रहा है, ब्रैम्पटन में जिस तरह से चीजें हो रही है, कहीं ना कहीं बढ़ावा देने की तरफ एक कदम है। यदि वक्त रहते इसको कंट्रोल नहीं किया गया तो पंजाब में वही हालात होंगे जो मेरे अभी को पैनलिस्ट बता रहे थे कि 20 साल पंजाब कैसे निकला है। ऐसा ना हो कि हम वहीं दोबारा पहुंच जाएं और निकलने की स्थिति में ही ना हो हम लोग। कपूर जी से खड़े हो जाएंगे हम लोग। यही बात मैं कपूर जी से पूछता हूं कि वाकई कपूर साहब ਇਹ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਕਿ ਤਜਰਬਾ ਨਹੀਂ ਹੈ, ਕਿ ਵਾਕਈ ਤੁਹਾਨੂੰ ਲੱਗਦਾ ਹੈ ਕਿ ਸੀਐਮ ਤਜਰਬੇ ਵਾਲਾ ਹੀ ਚੁਣਨਾ ਚਾਹੀਦਾ, ਯਾਨੀ ਕਿ ਜਿਹਨੂੰ ਪਹਿਲਾਂ
ਐਕਸਪੀਰੀਅੰਸ ਹੋਵੇ ਕਿ ਹਾਂ ਜਿਹੜਾ ਸੀਐਮ ਰਿਹਾ ਹੋਵੇ, ਇਹਦਾ ਮਤਲਬ ਫਿਰ ਨਵੀਂ ਪਾਰਟੀ, ਕੀ ਤੁਹਾਨੂੰ ਲੱਗਦਾ ਹੈ ਕਿ ਇੱਥੇ ਇੱਕ ਬਹੁਤ ਵੱਡੀ ਲੌਬੀ ਹੈ ਜਿਹੜੀ ਕਿ ਅਪੋਜ਼ ਕਰ ਰਹੀ ਹੈ ਸਿਸਟਮ? ਇੱਕ ਬਹੁਤ ਵੱਡਾ ਸਿਸਟਮ ਹੈ ਜਿਹੜਾ ਕਿ ਸਰਕਾਰ ਦੇ ਅਗੇਂਸਟ ਖੜਾ, ਯਾਨੀ ਕਿ ਮਾਨ ਸਾਹਿਬ ਦੇ ਹੁਕਮਾਂ ਦੀ ਤਾਮੀਲ ਨਹੀਂ ਹੋ ਰਹੀ। ਤੁਸੀਂ ਮੰਨਦੇ ਹੋ ਇਸ ਗੱਲ ਦੇ? ਜੀ ਦੇਖੋ, ਮੈਂ ਵੇਦ ਭੂਸ਼ਣ ਜੀ ਦੀ ਗੱਲ ਨਾਲ ਬਿਲਕੁਲ ਐਗਰੀਡ ਹੈਗਾ ਹਾਂ। ਦੇਖੋ, ਪ੍ਰਸ਼ਾਸਨ ਚਲਾਉਣ ਲਈ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਬਿਲਕੁਲ ਵੀ ਅਨੁਭਵ ਨਹੀਂਗਾ। ਕੋਈ ਵੀ ਇਹਨਾਂ ਕੋਲ ਐਸਾ ਲੀਡਰ ਨਹੀਂਗਾ ਜਿਹਦੇ ਕੋਲ ਐਕਸਪੀਰੀਅੰਸ ਹੋਵੇ, ਔਰ ਜਿਹਦੇ ਕੋਲ ਐਕਸਪੀਰੀਅੰਸ ਹੈਗਾ ਉਹਨੂੰ ਇਹਨਾਂ ਨੇ ਬਿਲਕੁਲ ਬਾਹਰ ਬਿਠਾਇਆ ਹੋਇਆ ਹੈ। ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਸੀ, ਉਹਨਾਂ ਨੂੰ ਆਪਣੇ ਜਦੋਂ ਆਫੀਸਰ ਉਹ ਹੈਗੇ ਸੀ, ਜੌਬ ਕਰਦੇ ਪਏ ਸੀ, ਜੌਬ 'ਚ ਹੈਗੇ ਸੀ, ਉਸ ਟਾਈਮ ਉਹਨਾਂ ਨੇ ਕ੍ਰਾਈਮ ਨੂੰ ਬੜਾ ਅੱਛਾ ਕੰਟਰੋਲ ਕੀਤਾ। ਇਹੋ ਜਿਹੇ ਬੰਦੇ ਦੇ ਹੱਥ ਦੇ ਵਿੱਚ ਹੋਮ ਮਿਨਿਸਟਰੀ ਦੇਣੀ ਚਾਹੀਦੀ ਸੀ। ਉਹ ਕੈਪੇਬਲ ਆਦਮੀ ਸੀ, ਬਟ ਅਨਫੋਰਚੂਨੇਟਲੀ ਹੁੰਦਾ ਕੀ ਪਿਆ ਵੈ ਕਿ ਜਿਹੜਾ ਬੰਦਾ ਕੈਪੇਬਲ ਹੈ ਉਹਨੂੰ ਇਹਨਾਂ ਨੇ ਮਿਨਿਸਟਰੀ ਦੇ ਵਿੱਚ ਲਿੱਤਾ ਨਹੀਂ, ਔਰ ਜਿਨ੍ਹਾਂ ਨੂੰ ਅਨੁਭਵ ਬਿਲਕੁਲ ਨਹੀਂ ਹੈਗਾ ਉਹਨਾਂ ਨੂੰ ਮਿਨਿਸਟਰੀ ਦੇ ਵਿੱਚ ਬਿਠਾ ਦਿੱਤਾ ਹੈ, ਉਹਨਾਂ ਨੂੰ ਪੋਰਟਫੋਲੀਓ ਦੇ ਦਿੱਤੇ ਹੈ। ਇਹ ਚੀਜ਼ ਇੰਡੀਕੇਟ ਕਰਦੀ ਹੈ ਕਿ ਇਹ ਇੱਕ ਡੰਮੀ ਤਰੀਕੇ ਕੇਜਰੀਵਾਲ ਜੀ ਪੰਜਾਬ ਦੀ ਸਰਕਾਰ ਨੂੰ ਚਲਾਉਣਾ ਚਾਹੁੰਦੇ ਆਪਣੇ ਤਰੀਕੇ, ਔਰ ਜਿਹਦਾ ਪੰਜਾਬ ਨੂੰ ਬਹੁਤ ਵੱਡਾ ਖਾਮਿਆਜ਼ਾ ਫਿਊਚਰ ਦੇ ਵਿੱਚ ਭੁਗਤਣਾ ਪੈ ਸਕਦਾ ਹੈ। ਇੱਕ ਗੱਲ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਪਾਕਿਸਤਾਨ ਦੀ ਹਮੇਸ਼ਾ ਮਨਸ਼ਾ ਰਹਿੰਦੀ ਹੈ ਕਿ ਪੰਜਾਬ ਨੂੰ ਡਿਸਟਰਬ ਰੱਖਿਆ ਜਾਵੇ ਤਾਂ ਕਿ ਉਹ ਆਪਣੇ ਨਾਪਾਕ ਜਿਹੜੇ ਮਨਸੂਬੇ ਹੈ ਉਹਨੂੰ ਅੰਜਾਮ ਦੇ ਸਕੇ। ਇਸ ਗੱਲ ਨੂੰ ਚੀਫ ਮਿਨਿਸਟਰ ਨੂੰ ਵੀ ਸਮਝਣਾ ਪੈਂਦਾ, ਔਰ ਜਿਹੜੀ ਰੂਲਿੰਗ ਪਾਰਟੀ ਹੈ ਉਹਨੂੰ ਇਸ ਚੀਜ਼ ਨੂੰ ਹਮੇਸ਼ਾ ਸਮਝ ਕੇ ਚੱਲਣਾ ਚਾਹੀਦਾ ਹੈ, ਔਰ ਸੈਂਟਰ ਦੇ ਨਾਲ ਹੱਥ ਮਿਲਾ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਪੰਜਾਬ ਤੇ ਦੇਸ਼ ਦੀ ਰੱਖਿਆ ਕੀਤੀ ਜਾ ਸਕੇ। ਬਟ ਅਨਫੋਰਚੂਨੇਟਲੀ ਤੁਸੀਂ ਪਿਛਲੇ ਦਿਨਾਂ 'ਚ ਦੇਖੋ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਸਰਕਾਰ ਹੈ ਨਾ, ਉਹ ਸੈਂਟਰ ਦੇ ਨਾਲ ਕਲੈਸ਼ਿਸ ਦੇ ਵਿੱਚ ਜ਼ਿਆਦਾ ਰਹਿਣਾ ਪਸੰਦ ਕਰਦੀ ਹੈ। ਕਦੀ ਗਵਰਨਰ ਨਾਲ ਕਲੈਸ਼ਿਸ ਦੇ ਵਿੱਚ ਰਹਿੰਦੀ ਹੈ, ਉਹਦੀ ਸੈਂਟਰ ਦੀ ਕੇਂਦਰ ਸਰਕਾਰ ਦੇ ਨਾਲ ਕਲੈਸ਼ਿਸ 'ਚ ਰਹਿੰਦੀ ਹੈ। ਉਹ ਇਹ ਸਮਝ ਨਹੀਂ ਪਾ ਰਹੀ ਕਿ ਪੰਜਾਬ ਇੱਕ ਬੜੀ ਸੈਂਸਿਟਿਵ ਸਟੇਟ ਹੈ, ਔਰ ਕਿੰਨੇ ਸਾਲ ਇਹਨੇ ਆਤੰਕਵਾਦ ਦਾ ਦੌਰ ਝੇਲਿਆ ਹੈਗਾ ਵੈ। ਲੋਕਾਂ ਨੇ ਬੜੀ ਤਰਾਸਦੀ ਝੇਲੀ ਹੈ, ਪੰਜਾਬ ਦੇ ਲੋਕਾਂ ਨੇ ਆਪਣੇ ਘਰ ਦੇ ਜੀ ਗਵਾਏ ਹੈ, ਬੜੇ ਇੱਥੇ ਮਰਡਰ ਹੋਏ ਔਰ ਬੜਾ ਕਾਲਾ ਦੌਰ ਦੇਖਿਆ ਹੈਗਾ ਵੈ। ਇਹ ਜਿਹੜੇ ਵੀ ਲੀਡਰ ਚੁਣ ਕੇ ਆਏ ਇਹਨਾਂ ਨੇ ਕਿਸੇ ਨੇ ਕੱਖ ਨਹੀਂ ਦੇਖਿਆ, ਇਹਨਾਂ ਨੂੰ ਪੰਜਾਬ ਦੀ ਜਿਹੜੀ ਗਰਾਊਂਡ ਰਿਐਲਿਟੀ ਹੈ ਨਾ ਪਤਾ ਹੀ ਨਹੀਂ ਹੈਗੀ। ਤਾਂ ਮੈਂ ਸਮਝਦਾ ਕਿ ਜਿਹੜਾ ਚੀਫ ਮਿਨਿਸਟਰ ਜਿਹਨੇ ਇੰਨੇ ਵੱਡੇ ਵਾਅਦੇ ਕਰਕੇ ਪੰਜਾਬ ਦੇ ਵਿੱਚ ਸੱਤਾ ਸੰਭਾਲੀ ਹੋਵੇ, ਉਹ ਪੰਜਾਬ 'ਚ ਬੈਠਣ ਦੀ ਜਗ੍ਹਾ ਕਦੀ ਦਿੱਲੀ ਬੈਠਾ ਹੁੰਦਾ ਹੈ, ਕਦੀ ਹਿਮਾਚਲ ਬੈਠਾ ਹੁੰਦਾ ਹੈ, ਕਦੀ ਗੁਜਰਾਤ ਬੈਠਾ ਹੁੰਦਾ ਹੈ। ਜਿਤਾਇਆ ਉਹਨੂੰ ਪੰਜਾਬ ਦੇ ਲੋਕਾਂ ਨੇ, ਮੈਂਡੇਟ ਉਹਨੂੰ ਦਿੱਤਾ ਪੰਜਾਬ ਦੇ ਲੋਕਾਂ ਨੇ, ਤੇ ਉਹਨੂੰ ਚਿੰਤਾ ਗੁਜਰਾਤ ਦੀ ਜ਼ਿਆਦਾ ਹੈ ਤੇ ਹਿਮਾਚਲ ਪ੍ਰਦੇਸ਼ ਦੀ ਜ਼ਿਆਦਾ, ਤੇ ਪੰਜਾਬ ਦੀ ਚਿੰਤਾ ਨਹੀਂ ਗੀ। ਇਹ ਪੰਜਾਬ ਦੇ ਲੋਕਾਂ ਦਾ ਬੜਾ ਵੱਡਾ ਦੁਰਭਾਗਿਆ ਹੈ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ। ਮੈਂ ਕਿਸੇ ਵੀ ਪਾਰਟੀ ਦੀ ਸਰਕਾਰ ਨੂੰ ਬੜੇ ਥੋੜੇ ਟਾਈਮ ਤੇ ਇੰਨਾ ਗਿਰਦੇ ਨਹੀਂ ਦੇਖਿਆ ਕਿ ਬਈ ਇੰਨੇ ਥੋੜੇ ਸਮੇਂ ਦੇ ਵਿੱਚ ਲੋਕਾਂ ਦੇ ਮਨ ਚੋਂ ਕੋਈ ਪਾਰਟੀ ਉਤਰ ਜਾਏ। ਹਾਲੇ ਤੇ ਜੁਮਾ 8 ਮਹੀਨੇ ਨਹੀਂ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋਏ, ਔਰ 8 ਮਹੀਨਿਆਂ ਦੇ ਵਿੱਚ ਹੀ ਲੋਕ ਪੰਜਾਬ ਦੇ ਵਿੱਚ ਕਹਿਣ ਲੱਗ ਪਏ ਹੈ ਕਿ ਸਾਡੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਜਿਹੜੇ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣ ਬੈਠੇ ਹੈਗੇ। तो ये बड़ा एक अनफॉर्चुनेट हैगा वै। मैंने लगता है कि इन्हां नूं बहुत सीरियसली पंजाब दे इशू नूं देखना चाहिए। जदों ये आए सी सत्ता च एक फाइनेंशियल क्राइसिस दी गल करदे सी, अज फाइनेंशियल क्राइसिस दे नाल लॉ एंड ऑर्डर दी बड़ी वड्डी प्रॉब्लम पंजाब दे विच पैदा होई जा रही है। मैंने लगता है कि सरकार नूं बहुत सीरियसली इस चीज़ां नूं एड्रेस करना चाहिए हैगा। भूषण जी, आप इसको कैसे देखते हैं? क्योंकि एक तो उन्होंने मास्क नहीं डाले। मेरे सवाल दो हैं आपसे। पहला सवाल तो आप ये बताइए कि क्या दिल्ली में जब आम आदमी पार्टी की नई सरकार आई थी, जिसका आपने जिक्र किया कि यह भी हो सकता है कि भगवंत मान की अभी वो पकड़ नहीं बनी सिस्टम पे, और सिस्टम शायद बड़ा कैजुअल मोड में है, क्योंकि शायद वो इनको सीएम मान ही नहीं रहा। अगर हो सकता है कि नई सरकार है, क्योंकि अक्सर देखा है कि ज्यादातर दिल्ली में आम आदमी जी जब दिल्ली में आम आदमी पार्टी की सरकार आई थी, आपको याद होगा, एंटी करप्शन ब्रांच दिल्ली सरकार के अंडर थी, विजिलेंस डिपार्टमेंट के अंडर। वहां पर रस्साकसी हुई। यहाँ पर जो सीएम साहब बैठे हुए केजरीवाल, उन्होंने जो रिलायंस कंपनी के मालिक जो बॉम्बे में रहते, जिनकी फैक्ट्री ऑफिस दिल्ली में कुछ नहीं, उनके खिलाफ मुकदमे दर्ज करने शुरू कर दिए। पंजाब में इनका नौसिखियापन देखिए। जब पंजाब में गवर्नमेंट बनी तो बग्गा के खिलाफ, जो दिल्ली में रहते हैं उनके खिलाफ जुडिशन बनाकर मोहाली में उन्होंने एक स्थान सेलेक्ट करके वहां तमाम जो उनके विरोधी थे दिल्ली में बैठे हुए थे, उनके खिलाफ पंजाब में मुकदमे दर्ज करने शुरू कर दिए। बाद में पंजाब हाई कोर्ट में किस तरह की उनको लताड़ पुलिस को खानी पड़ी, पंजाब सरकार को खानी पड़ी, उसका क्या नतीजा निकला? दिल्ली में भी यही हुआ। दिल्ली में सुप्रीम कोर्ट ने कह दिया कि आपके अंडर में ये एंटी करप्शन डिपार्टमेंट नहीं रहेगा, ये एलजी के डायरेक्ट अंडर में रहेगा। पर दुर्भाग्य की बात है, पंजाब में चूंकि स्टेट है, फुल फ्लेज स्टेट है, वहां पर ये कंट्रोल नहीं कर पा रहे, समझ नहीं पा रहे हैं, शायद समझने में टाइम लग रहा है। और सबसे दुर्भाग्य की बात है कि सीएम साहब
जिस जो अभी बताते हैं, तब हम सोशल मीडिया पर था कि जर्मनी में दूसरे कंट्री में जिस तरह से उनको डिपोर्ट किया गया, वो शराब पी रखी थी नहीं पी रखी वो कोई इश्यू नहीं है, उनको डिपोर्ट किया। एक सीएम को डिपोर्ट करना हमारे सबके लिए एक बहुत बड़ी शर्म की बात है। इसका मतलब वो कानून और स्थिति और जो सिस्टम है उससे कहीं परे जाना चाहते हैं, उससे दूर रखना चाहते हैं, अपने आप को उससे अलूफ रखना चाहते हैं। इसी कारण ये तमाम चीजें जो सोशल मीडिया पर आ रही हैं, अभी जो मर्डर लगातार पंजाब की लॉ एंड ऑर्डर सिचुएशन खराब होती जा रही है, ये यही वजह है कि शायद उनकी जो दूरदर्शिता, जिससे सीएम का स्टेचर पता लगता है कि किस स्टेचर के आदमी है। अभी मेरे साथी जिक्र कर रहे थे, अरे पंजाब में मर्डर हो रहे हैं, सूरी का मर्डर हो रहा है, लॉ एंड ऑर्डर खराब हो रहा है, आप अपने पॉलिटिकल वहां जीत हासिल करने के लिए कभी गुजरात भाग रहे हैं, कभी हिमाचल भाग रहे हैं, वहां की हार जीत के लिए और लोग बहुत हैं, वहां के लोकल लीडर्स हैं, परंतु आप अपना स्टेट तो संभालो, जिसकी कमान आपको दी गई है, ये आपसे संभाला नहीं जा रहा। दिल्ली आपसे संभाली नहीं जा रही, मंत्री आपके जेलों में पड़े हुए हैं, भ्रष्टाचार बिल्कुल पीक पर पहुंच चुका है, शराब के ठेके दिल्ली में ऐसे खोल दिए गए जैसे पानी के टोटी लगा दी, प्याऊ लगा दी गई हो। तो ऐसे हालात में जब यही तो दूरदर्शिता होती है, मैं कैप्टन अमरिंदर सिंह का तारीफ क्यों कर रहा हूं, मैं व्यक्तिगत रूप से नहीं जानता उनको, बिल्कुल नहीं जानता, 1% कभी जिंदगी में भी नहीं मिलाऊंगा, परंतु उनके कुछ निर्णय ऐसे थे एडवर्स हालात में, जब किसान आंदोलन था, उन्होंने ही तमाम चीजों को कंट्रोल किया। रिलायंस को कहा कि इनके टावर मत तोड़ो, अदरवाइज पूरा जो पंजाब है बिल्कुल ब्लैकआउट हो जाएगा, आप कहाँ कनाडा दिल्ली कहीं बात नहीं कर पाओगे। तो जो उनकी सोच थी वो यही वजह है कि ये चीजें ही राजनेताओं को आगे लेके जाती है। तो मुझे लगता नहीं कि पंजाब के हालात बहुत अच्छे हैं, ना उनकी पुलिस के ऊपर पकड़ है। अभी जब मोदी जी जो इस देश के प्राइम मिनिस्टर, जो प्रोटोकॉल उनको दिया जाना चाहिए था, किस तरह से वहां पर ड्रामा किया गया, एक एक घंटा 1.5 घंटे प्रेम का कारकेट रुका रहा, बाद ਮੈਨੂੰ ਲੱਗਦਾ ਕੋਈ ਤਕਨੀਕੀ ਕਾਰਨ ਦੇ ਅਸੀਂ ਭੂਸ਼ਣ ਜੀ ਨਾਲ ਸਾਡਾ ਸੰਪਰਕ ਟੁੱਟ ਗਿਆ ਜੀ। ਸੰਜੇ ਜੀ, ਤੁਸੀਂ ਕਿਵੇਂ ਦੇਖਦੇ ਹੋ, ਜਦ ਤੱਕ ਆਪਣੀ ਟੀਮ ਭੂਸ਼ਣ ਜੀ ਨਾਲ ਸੰਪਰਕ ਸਾਧਦੀ ਹੈ, ਕਿਵੇਂ ਦੇਖਦੇ ਹੋ ਕਿ ਇੱਕ ਮੇਰਾ ਜਿਹੜਾ ਸਵਾਲ ਹੈ ਉਹ ਦੇਖਣਾ ਕਿ ਜਿਹੜੇ ਬਿਨਾਂ ਮਾਸਕ ਤੋਂ, ਯਾਨੀ ਕਿ ਬਿਨਾਂ ਖੌਫ ਤੋਂ, ਬਿਨਾਂ ਮਾਸਕ ਤੋਂ ਉੱਥੇ ਕਤਲ ਕੀਤੇ ਜਾਂਦੇ ਨੇ, ਕਿਤੇ ਇੱਥੇ ਇਮੋਸ਼ਨਲ ਕਾਰਡ ਖੇਡਣ ਦੀ ਕੋਸ਼ਿਸ਼ ਤਾਂ ਨਹੀਂ ਉਹ ਗੈਂਗਸਟਰਾਂ ਵੱਲੋਂ, ਕਿ ਅਸੀਂ ਹੀਰੋ ਬਣਨ ਦੀ ਕੋਸ਼ਿਸ਼ ਤਾਂ ਨਹੀਂ कि हाँ असी वो हाँ कि क्योंकि ये मुद्दा धार्मिक मुद्दा है, तुहानू भी पता है कि किन्ना दा कतल किया, जिहड़ा बेअदबी दे विच नामजद है उस दा कतल करते हैं, तो बाद दे विच गोल्डी बराड़ किस तरीके नाल पोस्ट पांदा कि पुलिस असी सानू 7 साल हो गए, सानू न्याय नहीं मिलिया, असी आपदे हिसाब नाल न्याय कर दिता। इमोशनल कार्ड खेडन की कोशिश नहीं की जा रही कि गोल्डी बराड़ जिन्होंने हाले तक गैंगस्टर कहा जा रहा है कि वह एक हीरो बनने की कोशिश है, किवें देखते हो इसनूं? सुरिंदर जी, एक गल ते बड़ी क्लियर हैगी है कि जिस तरीके मर्डर होंदे पए है ना, ਇਹ ਬਿਨਾਂ ਕਿਸੇ ਸ਼ੈਲਟਰ ਤੋਂ ਨਹੀਂ ਹੋ ਸਕਦੇ, ਔਰ ਜਿੰਨਾ ਓਪਨਲੀ ਇਹ ਲੋਕ ਅੱਗੇ ਆ ਕੇ ਕਰਦੇ ਪਏ ਨੇ ਗੱਲਾਂ ਨੂੰ, ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈਗਾ ਵੈ ਕਿ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੀ ਇਹਨਾਂ ਲੋਕਾਂ ਨੂੰ ਸ਼ਹਿ ਹੈਗੀ ਹੈ। ਔਰ ਇਹ ਇੱਕ ਅੱਛੀ ਗੱਲ ਨਹੀਂ ਹੈਗੀ, ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਵੱਲ ਇੱਕ ਵੱਧਦਾ ਹੋਇਆ ਕਦਮ ਹੈਗਾ, ਜਿਹਨੂੰ ਸਰਕਾਰ ਨੂੰ ਬੜੇ ਸਟਰੋਂਗ ਸਟੈਪ ਲੈ ਕੇ ਨੱਥ ਪਾਣੀ ਚਾਹੀਦੀ ਹੈ। और अनफॉर्चुनेटली आम आदमी पार्टी की सरकार बिल्कुल फेलियर प्रूव होती पई है। देखो रीजन है कि जो उन्होंने पता है कि सरकार ने कोई एक्शन ही नहीं लेना, सरकार ने कुछ करना ही नहीं उन्होंने खिलाफ, तो डेफिनेटली जोड़े एंटी सोशल एलीमेंट है उन्होंने हौसले तो बदन गई जाके। तुसीं ये देखो ना कि डीजीपी ਇੱਥੇ ਪੰਜਾਬ ਦੇ ਵਿੱਚ 2 ਡੀਜੀਪੀ ਬਦਲ ਦਿੱਤੇ ਗਏ 8 ਮਹੀਨੇ ਦੇ ਵਿੱਚ। ਮੈਂ ਤੇ ਇੰਨੇ ਸਾਲਾਂ ਦੇ ਵਿੱਚ ਇਹੋ ਜਿਹਾ ਇਨਸੀਡੈਂਟ ਕਦੇ ਨਹੀਂ ਦੇਖਿਆ ਕਿ ਤੁਸੀਂ ਆਪਣੇ ਡੀਜੀਪੀ ਨੂੰ ਕਨਫਾਈਡ ਨਹੀਂ ਕਰ ਸਕਦੇ। ਹੁਣ ਐਡਵੋਕੇਟ ਜਨਰਲ ਨੂੰ ਆਪਣੀ ਜੌਬ ਨੂੰ ਉਹਨੂੰ ਰਿਜ਼ਾਈਨ ਕਰਨਾ ਪਿਆ, ਉਹਨੂੰ ਛੱਡਣਾ ਪਿਆ ਕਿ ਵੀ ਮੈਂ ਹਾਲਾਤਾਂ ਦੇ ਵਿੱਚ ਕੰਮ ਨਹੀਂ ਕਰ ਸਕਦਾ ਹੈਗਾ, ਕਿਉਂਕਿ ਉਹ ਵੀ ਅਲਟੀਮੇਟਲੀ ਸੀਨੀਅਰ ਆਫੀਸਰ ਵੀ ਕੀ ਕਰਨ, ਉਹਨਾਂ ਨੂੰ ਲੱਗਦਾ ਹੈਗਾ ਵੈ ਕਿ ਅੱਜ ਉਹ ਡਾਇਰੈਕਸ਼ਨ ਭਗਵੰਤ ਮਾਨ ਤੋਂ ਲੈਣ, ਰਾਘਵ ਚੱਡਾ ਤੋਂ ਲੈਣ ਜਾਂ ਅਰਵਿੰਦ ਕੇਜਰੀਵਾਲ ਤੋਂ ਲੈਣ। ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਦਾ ਚੀਫ ਮਿਨਿਸਟਰ ਕੌਣ ਹੈਗਾ ਤਿੰਨਾਂ ਦੇ ਵਿੱਚੋਂ, ਕਿਉਂਕਿ ਭਗਵੰਤ ਮਾਨ ਜੀ ਦਾ ਕੋਈ ਕੰਟਰੋਲ ਨਹੀਂ ਹੈਗਾ ਪ੍ਰਸ਼ਾਸਨ ਤੇ, ਔਰ ਸਾਰੀ ਪੰਜਾਬ ਦੀ ਗਵਰਨਮੈਂਟ ਨੂੰ ਅਰਵਿੰਦ ਕੇਜਰੀਵਾਲ ਜਾਂ ਰਾਘਵ ਚੱਡਾ ਚਲਾਉਣ ਦੇ ਹੈਗੀ ਹੈ। तो ब्यूरोक्रेसी वास्ते भी एक बड़ा बड़ा डायलेमा ਹੈਗਾ ਵੈ ਕਿ ਉਹ ਇਸ ਤਰੀਕੇ ਸਰਕਾਰ ਦੇ ਇਨਸਟਰਕਸ਼ਨਸ ਤੇ ਸਟੇਟ ਦੇ ਵਿੱਚ ਕੰਮ ਕਰਨ, ਔਰ ਜਦੋਂ ਸਟੇਟ ਦੇ ਵਿੱਚ ਇਹੋ ਜਿਹੀ ਕਨਫਿਊਜ਼ਨ ਦੀ ਸਥਿਤੀ ਹੋਵੇ ਨਾ, ਉਦੋਂ ਕਦੀ ਵੀ ਸਰਕਾਰ ਅੱਛੇ ਢੰਗ ਨਾਲ ਨਹੀਂ ਚੱਲ ਸਕਦੀ। वाकई एक बड़ी मंदभागी घटना। पर भूषण जी, पुलिस प्रशासन में आप डीजीपी को अभी क्या लगता है कि इस मुद्दे पे इतने जो बार बार हो रहे हैं कि वहां पे डीजीपी पे सवाल उठाए जाएंगे अब?
क्या ये एक ऑप्शन रहेगी सरकार के पास कि डीजीपी को भी ये बदला जा सकता है? आप कैसे देखते हैं इसको? देखिए, डीजीपी बदलना या एसएसपी बदलना, सिपाही को सस्पेंड करना, ये काफी नहीं है। सरकारों का एक पर्पज होता है मैसेज देना। सीएम साहब ने डंडा लेकर नहीं निकलना, रिवॉल्वर लेकर नहीं निकलना, गन लेकर नहीं निकलना। आपके बराबर में स्टेट है, यूपी स्टेट है, वहां पर योगी जी नाम के एक सीएम है, उनसे कुछ दिन क्लास ले लें, एक वीक 15 दिन की क्लास लें कि मैसेज कैसे दिया जाता है। आपने देखा जब से योगी जी आए, इस साल का एनसीआरबी का डाटा उठा के देखिए, पंजाब से बहुत बड़ा स्टेट है, पॉपुलेशन बहुत ज्यादा, कई करोड़ों पे पॉपुलेशन वहां पर ज्यादा है, परंतु जिस तरह से वहां पर उन्होंने मैसेज दिया है, चाहे वो बुलडोजर के रूप में दिया, चाहे वो शूट आउट करके दिया, सरकार का काम केवल मैसेज देना, सीएम साहब का काम मैसेज देना है कि पंजाब में बहुत स्ट्रांग गवर्नमेंट है। यदि यहाँ इस तरह की गोलाबारी की है, तमाम अदालतें मौजूद है, मुकदमा प्रदीप सिंह के खिलाफ चल रहा है, उसने बेअदबी का मामला है, बड़ा सीरियस मामला है, कोर्ट तमाम चीजों को ध्यान में रखकर निर्णय देंगी। अभी ऐसी हालात हिंदुस्तान में नहीं है कि कनाडा से कोई आदमी रिमोट से आकर यहाँ पर सरकारों को चलाए या ऐसे हालात पैदा करे, उनका भी जवाब दिया जाएगा। पंजाब पुलिस नहीं दे पाएगी तो सेंट्रल गवर्नमेंट उसमें इंटरवीन करेगी, एनआईए है, सीबीआई है, दूसरी सेंट्रल एजेंसी से देखेंगे कि पंजाब पुलिस का फेलियर है तो जरूर टेक ओवर करेंगे इन्वेस्टिगेशन और एक्शन भी लेंगी। परंतु अदालतों का सम्मान करना चाहिए। कोर्ट के अंदर भी आपने कल परसों देखा होगा, सुप्रीम कोर्ट ने 12 साल पुराने मुकदमे में सेशन कोर्ट के, हाई कोर्ट के मुकदमे को पलट के रेप के तीनों अक्यूज को बरी कर दिया। तो हम सबको सिस्टम में, व्यवस्था के अंदर एहतराम रखना चाहिए, इंतजार करना चाहिए। इतनी जल्दबाजी में मर्डर कर देना, किसी भी आदमी के साथ में कर देना कि 7 साल हो गए, 7 साल कुछ भी नहीं। निर्भया का मर्डर को 14 साल लगे ट्रायल होने में, तब उसको फांसी की सजा हो पाई थी। जो कसाब था, सबसे बड़ा वांटेड एक्यूज था, जिसने इतना बड़ा ब्लास्ट किया था, उसको 8 साल लग गए। तो इतनी जल्दबाजी में क्यों निर्णय लिए कि वहां 7 साल हो गए, अब इसको सजा हम देंगे? ऐसा अभी हालात खराब नहीं है देश के। यदि ऐसी जरूरत होगी तो सेंटर इसमें जरूर इंटरवीन करेगी, मेरा ऐसा मानना है। परंतु अभी सरकारों को खुद सोचना चाहिए, वहां पर चुनी हुई सरकार है और बड़ी मेजोरिटी से वहां सरकार है, लोगों ने बड़े इज्जत सम्मान से उनको उस कुर्सी बैठाया, क्योंकि सरकारें बदलते देर नहीं लगती। पुलिस वही रहेगी, वही पुलिस रहेगी, वर्दी वही रहेगी, तमाम कायदे कानून अदालतें वही रहेंगी, सरकारें आती जाती रहेंगी, पर ये ना देश जाएगा ना पंजाब जाएगा। इसका हमें सबको इंतजार करना चाहिए कि ऐसा नहीं है कि जैसे आज प्रदीप का मर्डर हुआ कल दूसरे का मर्डर हुआ, ऐसा नहीं होना चाहिए। गलत हुआ है और इसके जो भी इसके लोग जिम्मेदार हैं, चाहे वो जो 6 लड़के आए थे जिन्होंने फायरिंग की थी, उनके लिए वही इंतजाम होना चाहिए, योगी मॉडल उनके लिए तैयार होना चाहिए। एक बहुत अच्छा मैसेज जाएगा, जब यदि आप गलत करेंगे तो उसका गलत का जवाब गलत तरीके से, हर टाइम हाथ जोड़ने का इलाज हाथ जोड़कर नहीं होता। ये पुलिस को जो गन दी गई है, बंदूक दी गई है, डंडा दिया गया है, इसलिए नहीं दिया गया, शो केस में रखने के लिए नहीं दिया गया कि आप उनको अपनी आर्मरी में, मालखाने में सजा के रखें। अरे कभी कभी उनका इस्तेमाल भी करें, और ऐसे क्रिमिनल के लिए इस्तेमाल करने के लिए तो आपको असला सरकार ने दिया, पब्लिक के पैसे से वो असला खरीदा गया है, वो नुमाइश के लिए नहीं दिया गया है, उसको इस्तेमाल करे। पंजाब पुलिस बड़ी मशहूर पुलिस रही है पंजाब, ऐसा नहीं है। पंजाब की पुलिस के जो कानून है पूरे हिंदुस्तान में, पूरे नॉर्थ इंडिया में लागू होते रहे। तो पंजाब की पुलिस को जिस तरह से लीडरशिप दी जा रही है, उसी दिशा में वो लोग जा रहे हैं। आज नहीं तो कल उनको जरूर जवाब देना पड़ेगा, चाहे वो डीजी हो, चाहे वहां के एसएसपी साहब हो। कोई ना कहीं उनकी रेस्पॉन्सिबिलिटी जरूर फिक्स होनी चाहिए कि लॉ एंड ऑर्डर क्यों फेल हो रहा है, क्योंकि उनकी जिम्मेदारी है। यदि नहीं कर पाएंगे तो उनको खुद ही हट जाना चाहिए, लिख के दे देना चाहिए कि मैं इस पोस्ट के काबिल नहीं हूं, मैं पंजाब को नहीं संभाल पा रहा हूं। नए डीजी को लाया जाए, नए कॉम्पिटेंट आदमी को लाया जाए, नहीं यार तो स्टेट गवर्नमेंट कह दे कि हमें सेंटर के हवाले कर दिया जाए। तमाम तरह के ऑप्शन पंजाब सरकार के पास मौजूद है। इंतजार है कि किस तरह से उन चीजों को लेते हैं, संभलते हैं, संभाल पाते हैं अपने आप को, अपने स्टेट को नहीं संभाल पाएंगे तो वही होगा जो नॉर्थ ईस्ट में हुआ था, आसाम के टाइम पर हुआ था, दूसरे स्टेट के टाइम पर होगा। सरकार को इंटरवीन करने का, राष्ट्रपति शासन लगाना पड़ेगा, तब फिर ह्यू एंड क्राई मचेगा कि देखो किस तरह से जातियां की जा रही हैं। अब आप फेलियर हो चुके हैं, मान लें इस चीज को, तो ज्यादा अच्छा रहेगा, सभी के लिए अच्छा रहेगा, पंजाब के लिए अच्छा रहेगा, पूरे हिंदुस्तान के लिए अच्छा रहेगा। ओवर टू यू। बिल्कुल संजय जी, किवें देखते हो, क्योंकि समा बहुत घट रह गया, अखीरला बस तुहाडे ਵੱਲੋਂ किवें सारे घटनाक्रम ਨੂੰ देखते, कि हुण जिस तरीके नाल कह रहे हैं योगी थ्योरी होनी चाहिए पंजाब दे विच किसी भी तरीके नाल, क्योंकि यूपी दे विच बड़ा पीला पंजा बड़ा मशहूर होया, उनका देखा देखी हरियाणे च भी असर होया कि उत्थे भी पंजा चलना शुरू होया, ते ਤੁਹਾਡੀ जिथे सरकार मध्य प्रदेश दे विच भी उत्थे भी शिवराज जी ने भी पंजा चलाना शुरू कर दिता सी। की तुहानूं लगदा कि वो पंजे वाली थ्योरी पंजाब च भी आनी चाहिए है? जी देखो ऐसा अगव है कि ਕਿਸੇ ਟਾਈਮ ਨਾ ਸਰਕਾਰਾਂ ਨੂੰ ਬੜੇ ਸਟਰੋਂਗ ਮੈਸੇजेस ਦੇਣੇ ਪੈਂਦੇ ਹੈਗੇ ਹੈ। ਜੇ ਤੁਸੀਂ ਹਮੇਸ਼ਾ ਸੌਫਟ ਮੈਸੇजेस ਦੇਵੋਗੇ ਨਾ
ਤੇ ਫਿਰ ਡੈਫੀਨੇਟਲੀ ਜਿਹੜਾ ਕ੍ਰਾਈਮ ਹੈਗਾ ਉਹ ਡੇ ਬਾਏ ਡੇ ਵਧੇਗਾ। ਕ੍ਰਾਈਮ ਨੂੰ ਕੰਟਰੋਲ ਕਰਨ ਲਈ ਇੱਕ ਸੀਐਮ ਵੱਲੋਂ ਇੱਕ ਜ਼ਬਰਦਸਤ ਸਟਰੋਂਗ ਮੈਸੇਜ ਹੋਣਾ ਚਾਹੀਦਾ ਹੈ। ਮੈਨੂੰ ਯਾਦ ਹੈ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਦੇ ਵਿੱਚ ਹੈਗੇ ਸੀ, ਡਿਪਲੋਇਡ ਹੈਗੇ ਸੀ, ਉਸ ਟਾਈਮ ਜਿਹੜੇ ਕ੍ਰਿਮੀਨਲ ਸੀ ਉਹ ਡਰਦੇ ਹੁੰਦੇ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲੋਂ ਕਿ ਬਈ ਕਿਸੇ ਟਾਈਮ ਸਾਡੇ ਤੇ ਕੋਈ ਕੇਸ ਹੀ ਨਾ ਬਣਾ ਦੇਣ, ਸਾਨੂੰ ਅੰਦਰ ਨਾ ਕਰ ਦੇਣ, ਜਾਂ ਇਮੀਡੀਏਟਲੀ ਉਹਨਾਂ ਨੂੰ ਪਤਾ ਸੀ ਕਿ ਕੁੰਵਰ ਸਾਹਿਬ ਐਕਸ਼ਨ ਲੈ ਲੈਂਦੇ ਹੁੰਦੇ ਸੀ। ਸੋ ਜਿਹੜੀ ਭਗਵੰਤ ਮਾਨ ਜੀ ਹੈ ਨਾ, ਮੈਂ ਇਹਨਾਂ ਦੀ ਅਪਰੋਚ ਦੇਖੀ ਹੈ ਕਿ ਬਿਲਕੁਲ ਬੜੀ ਸੌਫਟ ਅਪਰੋਚ ਹੈਗੀ ਹੈ, ਜਿਹਦਾ ਬੈਨੀਫਿਟ ਉਠਾ ਕੇ ਜਿੰਨੇ ਕ੍ਰਿਮੀਨਲਸ ਹੈਗੇ ਆ ਨਾ ਉਹ ਖੁੱਲੇਆਮ ਕ੍ਰਾਈਮ ਕਰਦੇ ਪਏ ਹੈਗੇ ਹੈ। ਸੋ ਇਹਨਾਂ ਨੂੰ ਡੈਫੀਨੇਟਲੀ ਯੂਪੀ ਤੋਂ ਇੱਕ ਸਬਕ ਲੈਣਾ ਚਾਹੀਦਾ ਹੈ ਔਰ ਦੂਜੀ ਸਟੇਟਾਂ ਤੋਂ ਇੱਕ ਲੈਸਨ ਲੈਣਾ ਚਾਹੀਦਾ ਕਿ ਕਿਸ ਤਰੀਕੇ ਕ੍ਰਾਈਮ ਨੂੰ ਪੰਜਾਬ ਦੇ ਵਿੱਚ ਕੰਟਰੋਲ ਕੀਤਾ ਜਾ ਸਕਦਾ ਹੈ। ਦੂਸਰੀ ਗੱਲ ਸਮਝਣੀ ਪਏਗੀ ਕਿ ਸਾਡੇ ਪੰਜਾਬ ਦੇ ਵਿੱਚ ਡਰੱਗਸ ਇੱਕ ਬੜਾ ਵੱਡਾ ਮੁੱਦਾ ਹੈਗਾ ਹੈ। ਇਹ ਡਰੱਗਸ ਦੇ ਕਾਰਨ ਵੀ ਲੋਕ ਹੌਲੀ ਹੌਲੀ ਕਰਕੇ ਜਿਹੜੇ ਹੈਗੇ ਨਾ ਯੰਗ ਜਨਰੇਸ਼ਨ ਕ੍ਰਾਈਮ ਵੱਲ ਜਾਂਦੀ ਪਈ ਹੀ ਹੈ। ਡਰੱਗਸ ਦਾ ਮਸਲਾ ਆਪਣੀ ਜਗ੍ਹਾ ਤੇ ਕਾਇਮ ਹੈ ਔਰ ਡਰੱਗਸ ਤੋਂ ਹੀ ਅਲਟੀਮੇਟਲੀ ਜਿਹੜੇ ਕ੍ਰਿਮੀਨਲਸ ਹੈਗੇ ਹੈ ਉੱਥੋਂ ਵੀ ਨਿਕਲਦੇ ਪਏ ਹੈਗੇ ਹੈ। ਸੋ ਸਰਕਾਰ ਦੀ ਬਿਲਕੁਲ ਟੋਟਲ ਫੇਲਿਅਰ ਹੈ। ਮੈਂ ਡਿਮਾਂਡ ਕਰਨਾ ਕਿ ਚੀਫ ਮਿਨਿਸਟਰ ਭਗਵੰਤ ਮਾਨ ਜੀ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ ਕਿ 8 ਮਹੀਨੇ ਦੇ ਵਿੱਚ ਉਹਨਾਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ 'ਚ ਇੰਨੀ ਖਰਾਬ ਕਰਕੇ ਰੱਖ ਦਿੱਤੀ ਹੈ ਔਰ ਇਹ ਗਵਰਨਮੈਂਟ ਬਿਲਕੁਲ ਟੋਟਲ ਫੇਲਿਅਰ ਗਵਰਨਮੈਂਟ ਪ੍ਰੂਵ ਹੁੰਦੀ ਪਈ ਹੈ। ਔਰ ਲੋਕਾਂ ਨੂੰ ਅੱਜ ਜਦੋਂ ਸੁਧੀਰ ਸੂਰੀ ਜੀ ਦਾ ਐਗਜ਼ਾਮਪਲ ਲੈ ਲਓ ਔਰ ਪ੍ਰਦੀਪ ਸਿੰਘ ਦਾ, ਕਿ ਇਹਨਾਂ ਨੂੰ ਤੇ ਪੰਜਾਬ ਪੁਲਿਸ ਕੋਲੋਂ ਸਿਕਿਉਰਿਟੀ ਮਿਲੀ ਹੋਈ ਸੀ, ਜਦੋਂ ਸਿਕਿਉਰਿਟੀ ਲੈਣ ਦੇ ਬਾਵਜੂਦ ਵੀ ਇਹ ਲੋਕ ਸੁਰੱਖਿਅਤ ਨਹੀਂ ਗਏ ਤੇ ਪੰਜਾਬ ਦੀ ਆਮ ਜਨਤਾ ਆਪਣੇ ਆਪ ਨੂੰ ਕਿੰਨੀ ਸੁਰੱਖਿਅਤ ਮਹਿਸੂਸ ਕਰ ਰਹੀ ਹੋਏਗੀ, ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਇਸ ਗੱਲ ਤੋਂ। ਅੱਜ ਪੰਜਾਬ ਦੇ ਲੋਕ ਇੱਕ ਡਰ ਦੇ ਸਾਏ ਦੇ ਵਿੱਚ ਜਿੰਦੇ ਪਏ ਹੈਗੇ ਔਰ ਲੋਕਾਂ ਨੂੰ ਇਸ ਡਰ ਦੇ ਸਾਏ ਤੋਂ ਬਾਹਰ ਕੱਢਣਾ ਚਾਹੀਦਾ ਹੈ। ਇਹ 25 ਸਾਲ ਪਹਿਲੇ ਜੋ ਹਾਲਾਤ ਕਿਤੇ ਪੰਜਾਬ ਦੇ ਵਿੱਚ ਹੈਗੇ ਸੀ, ਅੱਜ ਲੋਕਾਂ ਨੂੰ ਡਰ ਲੱਗਣ ਲੱਗ ਪਿਆ ਕਿਤੇ ਉਹ ਪੁਰਾਣੇ ਹਾਲਾਤ ਪੰਜਾਬ ਦੇ ਵਿੱਚ ਨਾ ਬਣ ਜਾਣ। ਸੋ ਮੈਂ ਸਮਝਦਾ ਵਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਇੱਕ ਟੋਟਲ ਫੇਲਿਅਰ ਗਵਰਨਮੈਂਟ ਪ੍ਰੂਵ ਹੁੰਦੀ ਪਈ ਹੈ, ਜਿਹਦਾ ਕਿਸੇ ਵੀ ਚੀਜ਼ ਤੇ ਕੋਈ ਵੀ ਕੰਟਰੋਲ ਨਹੀਂ ਹੈਗਾ ਔਰ ਲਾਅ ਐਂਡ ਆਰਡਰ ਦਾ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਵਿੱਚ ਕਰ ਦਿੱਤੇ ਹੈਗੇ ਨਾ, ਇਹ ਬੜੇ ਦੁਰਭਾਗਿਆਪੂਰਨ ਹੈਗੇ ਹੈ ਔਰ ਇਹਦੇ ਬੜੇ ਲੌਂਗ ਟਰਮ ਬੈਡ ਇਫੈਕਟ ਸਾਨੂੰ ਬੇਸਿਕਲੀ ਜਾ ਕੇ ਆਉਣ ਵਾਲੇ ਟਾਈਮ 'ਚ ਦੇਖਣ ਨੂੰ ਮਿਲਣਗੇ। बिल्कुल संजय जी, ਤੁਹਾਡਾ बहुत बहुत धन्यवाद। भूषण जी, आपका भी बहुत बहुत धन्यवाद कि बहुत ਵੱਡਾ ਮੁੱਦਾ ਸੀ ਅੱਜ, ਤੁਸੀਂ ਦੋਨੋਂ ਸਾਡੇ ਨਾਲ ਜੁੜੇ, बहुत बहुत धन्यवाद। खैर सियासत ਤਾਂ ਹੋਏਗੀ ਕਿਉਂਕਿ ਹਾਲੇ ਹਫਤਾ ਵੀ ਨਹੀਂ ਹੋਇਆ ਕਿ ਅੱਜ ਇੱਕ ਹੋਰ ਕਤਲ ਹੋ ਜਾਂਦਾ ਹੈ, ਪਰ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਆਮ ਆਦਮੀ ਪਾਰਟੀ ਸਰਕਾਰ ਤੇ ਭਗਵੰਤ ਮਾਨ ਹੋਰ ਕਿਹੜੇ ਇਹੋ ਜਿਹੇ ਐਕਸ਼ਨ ਲੈਂਦੇ ਨੇ, ਕਿਹੜੇ ਇਹੋ ਜਿਹਾ ਲੋਕਾਂ ਦੇ ਵਿੱਚ, ਤਾਂ ਕਿ ਜਿਹੜੇ ਇਸ ਟਾਈਮ ਮਾਹੌਲ ਬਣਿਆ ਹੋਇਆ ਕਿ ਪੁਲਿਸ ਵਾਕਈ ਆਪਦਾ ਉਹ ਦਬਦਬਾ ਗੈਂਗਸਟਰਾਂ ਤੇ ਦਿਖਾ ਪਾਏਗੀ। ਕਿਉਂਕਿ ਸਿਕਿਉਰਿਟੀ ਦੇ ਵਿੱਚ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕਤਲ ਹੋਣਾ ਇਹ ਬਹੁਤ ਵੱਡੀ ਗੱਲ ਹੈ। ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਨਾਲ, ਤਦ ਤੱਕ ਦਿਓ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।